ਹੈਲੋ एवरीवन। ਸੋ ਅੱਜ ਦਾ ਆਪਣਾ ਵੀਡੀਓ ਆ MCQs ਤੇ ਮਲਟੀਪਲ ਚੋਇਸ ਕੁਐਸਚਨਸ ਤੇ, ਕਿਉਂਕਿ ਜਿਹੜੇ ਪੇਪਰ ਹੋਣੇ ਆ ਉਹ ਮਲਟੀਪਲ ਚੋਇਸ ਕੁਐਸਚਨ ਬੇਸਡ ਪੇਪਰ ਹੋਣੇ ਆ। ਸੋ ਇਸ ਵੀਡੀਓ ਦੇ ਵਿੱਚ ਆਪਾਂ ਸੈਂਪਲ ਪੇਪਰ 6 ਸੋਲਵ ਕਰਾਂਗੇ। ਸੋ ਇਸ ਪੇਪਰ ਦੇ ਵਿੱਚ ਯਾਨੀ MCQs ਦੇ ਜਿਹੜਾ ਪੇਪਰ ਬਣਿਆ ਹੋਇਆ ਇਹਦੇ ਵਿੱਚ ਸੈਂਪਲ ਪੇਪਰ 'ਚ ਕੁੱਲ 45 ਕੁਐਸਚਨ ਹੋਣਗੇ। 15 ਕੁਐਸਚਨ ਬੁੱਕ ਕੀਪਿੰਗ ਦੇ, 15 ਕੁਐਸਚਨ ਮੈਨੇਜਮੈਂਟ ਦੇ ਤੇ 15 ਕੁਐਸਚਨ ਟੈਕਸ ਦੇ ਆਉਣਗੇ। ਕੋਸ਼ਿਸ਼ ਕਰਾਂਗੇ ਟਰਮਸ ਨੂੰ ਇੰਗਲਿਸ਼ 'ਚ ਐਕਸਪਲੇਨ ਕੀਤਾ ਜਾਵੇ, ਕਿਉਂਕਿ ਜਿਹੜਾ ਪੇਪਰ ਆ ਉਹ ਪੰਜਾਬੀ ਦੇ ਵਿੱਚ ਆ। ਸੋ ਸਟਾਰਟ ਕਰਦੇ ਹਾਂ। ਸੋ ਫਸਟ ਕੁਐਸਚਨ ਹੈਗਾ, ਬੈਂਕ ਸਟੇਟਮੈਂਟ ਨੂੰ ਡੈਸ਼ ਵੀ ਕਹਿੰਦੇ ਆ। ਬੈਂਕ ਰਿਕਨਸੀਲੀਏਸ਼ਨ ਸਟੇਟਮੈਂਟ ਵਾਲੇ ਚੈਪਟਰ 'ਚੋਂ ਆ ਵੀ ਬੈਂਕ ਸਟੇਟਮੈਂਟ ਨੂੰ ਕੀ ਕਹਿੰਦੇ ਆ, ਪਾਸਬੁੱਕ, ਨਗਦ ਬੁੱਕ, ਕ੍ਰੈਡਿਟ ਬੁੱਕ, ਡੈਬਿਟ ਬੁੱਕ। ਸੋ ਆਪਾਂ ਨੂੰ ਪਤਾ ਬੈਂਕ ਸਟੇਟਮੈਂਟ ਬੈਂਕ ਇਸ਼ੂ ਕਰਦਾ ਵਾ। ਸੋ ਬੈਂਕ ਜਿਹੜੀਆਂ ਆਪਣੀ ਐਂਟਰੀਆਂ ਪਾਉਂਦਾ ਵਾ ਪਾਸਬੁੱਕ 'ਚ ਪਾਉਂਦਾ ਵਾ, ਇਸ ਕਰਕੇ ਬੈਂਕ ਸਟੇਟਮੈਂਟ ਨੂੰ ਪਾਸਬੁੱਕ ਵੀ ਕਹਿੰਦੇ ਆ। ਆਨਸਰ ਹੈਗਾ ਪਾਸਬੁੱਕ। ਸੈਕੰਡ ਕੁਐਸਚਨ ਆ, ਬੈਂਕ ਰਿਕਨਸੀਲੀਏਸ਼ਨ ਸਟੇਟਮੈਂਟ ਤਿਆਰ ਕਰਨ ਦਾ ਮੇਨ ਆਬਜੈਕਟਿਵ ਕੀ ਆ, ਯਾਨੀ ਬੈਂਕ ਸਮਾਧਾਨ ਵਿਵਰਣ ਤਿਆਰ ਕਰਨ ਦਾ ਮੁੱਖ ਉਦੇਸ਼ ਕੀ ਆ। ਸੋ ਫਸਟ ਵਿੱਚ ਲਿਖਿਆ ਵਾ ਬੈਂਕ ਬੈਲੈਂਸ ਨੂੰ ਜਾਣਨਾ, ਮਤਲਬ ਟੂ ਨੋ ਦਾ ਬੈਂਕ ਬੈਲੈਂਸ। ਬੈਂਕ ਸਟੇਟਮੈਂਟ ਦੇ ਬਕਾਏ ਨੂੰ ਜਾਣਨਾ ਸੇਮ ਗੱਲ ਹੀ ਆ। ਬੈਂਕ ਸਟੇਟਮੈਂਟ ਦਾ ਬਕਾਏ ਬੈਂਕ ਦਾ ਬੈਲੈਂਸ ਹੀ ਹੋ ਗਿਆ। ਕੈਸ਼ ਬੁੱਕ ਨੂੰ ਠੀਕ ਕਰਨਾ, ਟੂ ਕਰੈਕਟ ਦਾ ਕੈਸ਼ ਬੁੱਕ। ਅਤੇ ਫੋਰਥ ਹੈਗਾ ਕੈਸ਼ ਬੁੱਕ ਅਤੇ ਬੈਂਕ ਸਟੇਟਮੈਂਟ ਵਿੱਚ ਅੰਤਰ ਦੇ ਕਾਰਨਾਂ ਦੀ ਪਛਾਣ ਕਰਨਾ। ਸੋ ਅਸੀਂ ਬੈਂਕ ਰਿਕਨਸੀਲੀਏਸ਼ਨ ਸਟੇਟਮੈਂਟ ਪ੍ਰੀਪੇਅਰ ਕਰਦੇ ਹਾਂ ਡਿਫਰੈਂਸ ਫਾਈਂਡ ਆਊਟ ਕਰਨ ਦੇ ਲਈ, ਵੀ ਰੀਜ਼ਨ ਆਫ ਡਿਫਰੈਂਸ, ਵੀ ਕੈਸ਼ ਬੁੱਕ ਅਤੇ ਬੈਂਕ ਦੇ ਵਿੱਚ ਫਰਕ ਕੀ ਆ। ਸੋ ਆਨਸਰ ਹੈਗਾ ਫੋਰਥ ਆਪਸ਼ਨ, ਕੈਸ਼ ਬੁੱਕ ਅਤੇ ਬੈਂਕ ਸਟੇਟਮੈਂਟ ਵਿੱਚ ਅੰਤਰ ਦੇ ਕਾਰਨਾਂ ਦੀ ਪਹਿਚਾਣ ਕਰਨਾ। ਥਰਡ ਕੁਐਸਚਨ ਆ, ਕੈਸ਼ ਬੁੱਕ ਵਿੱਚ ਧਨਾਤਮਕ ਬਕਾਏ ਦਾ ਕੀ ਮਤਲਬ ਹੈ। ਪੋਜ਼ੀਟਿਵ ਬੈਲੈਂਸ ਆਫ ਕੈਸ਼ ਬੁੱਕ। ਪੋਜ਼ੀਟਿਵ ਬੈਲੈਂਸ ਆਫ ਕੈਸ਼ ਮਤਲਬ ਕੈਸ਼ ਇਨ ਹੈਂਡ ਆ ਸਾਡੇ ਕੋਲੇ। ਸੋ ਕੈਸ਼ ਦਾ ਬੈਲੈਂਸ ਡੈਬਿਟ ਹੁੰਦਾ ਵਾ। ਸੋ ਕੈਸ਼ ਬੁੱਕ ਵਿੱਚ ਕ੍ਰੈਡਿਟ ਆਇਆ, ਇਹ ਗਲਤ ਆ। ਬੈਂਕ ਸਟੇਟਮੈਂਟ ਵਿੱਚ ਕ੍ਰੈਡਿਟ ਬਕਾਇਆ, ਹਾਂਜੀ ਕੈਸ਼ ਬੁੱਕ ਦੇ ਵਿੱਚ ਜੇ ਸਾਡੇ ਕੋਲ ਕੈਸ਼ ਹੈਗਾ ਤਾਂ ਸਾਡੇ ਬੈਂਕ 'ਚ ਕ੍ਰੈਡਿਟ ਹੋਊਗੀ ਅਮਾਊਂਟ। ਸੋ ਬੈਂਕ ਸਟੇਟਮੈਂਟ ਵਿੱਚ ਕ੍ਰੈਡਿਟ ਬਕਾਇਆ, ਇਹ ਸਹੀ ਆ। ਕੈਸ਼ ਬੁੱਕ ਵਿੱਚ ਡੈਬਿਟ ਬਕਾਇਆ, ਡੈਬਿਟ ਬੈਲੈਂਸ ਇਨ ਕੈਸ਼ ਬੁੱਕ, ਇਹ ਸਹੀ ਆ। ਜਦੋਂ ਪੋਜ਼ੀਟਿਵ ਬੈਲੈਂਸ ਹੋਵੇ ਤਾਂ ਡੈਬਿਟ ਹੁੰਦਾ ਵਾ। ਜੇ ਕੈਸ਼ ਬੁੱਕ ਦਾ ਡੈਬਿਟ ਆ ਤਾਂ ਬੈਂਕ ਸਟੇਟਮੈਂਟ ਦਾ ਕ੍ਰੈਡਿਟ ਹੋਊਗਾ। ਸੋ ਇਹਦਾ ਮਤਲਬ ਡੀ ਆਪਸ਼ਨ ਸਹੀ ਆ, ਬੀ ਅਤੇ ਸੀ ਦੋਨੇ। ਯਾਨੀ ਕੈਸ਼ ਬੁੱਕ ਵਿੱਚ ਧਨਾਤਮਕ ਬਕਾਏ ਦਾ ਮਤਲਬ ਹੈਗਾ ਵਾ ਕੈਸ਼ ਬੁੱਕ ਵਿੱਚ ਡੈਬਿਟ ਬਕਾਇਆ ਅਤੇ ਬੈਂਕ ਸਟੇਟਮੈਂਟ ਵਿੱਚ ਕ੍ਰੈਡਿਟ ਬਕਾਇਆ। ਨੈਕਸਟ ਹੈਗਾ ਕੈਸ਼ ਬੁੱਕ ਵਿੱਚ ਓਵਰਡਰਾਫਟ ਦਾ ਮਤਲਬ ਇਹ ਨੈਗੇਟਿਵ ਬੈਲੈਂਸ ਹੋ ਗਿਆ। ਜਦੋਂ ਓਵਰਡਰਾਫਟ ਨੈਗੇਟਿਵ ਬੈਲੈਂਸ ਹੁੰਦਾ ਵਾ, ਕੈਸ਼ ਬੁੱਕ ਵਿੱਚ ਕ੍ਰੈਡਿਟ ਬਕਾਇਆ, ਠੀਕ ਹੈ। ਇਹ ਬੈਂਕ ਸਟੇਟਮੈਂਟ ਵਿੱਚ ਡੈਬਿਟ ਬਕਾਇਆ, ਇਹ ਵੀ ਠੀਕ ਆ। ਜੇ ਕੈਸ਼ ਬੁੱਕ 'ਚ ਕ੍ਰੈਡਿਟ ਹੋਊਗਾ ਤਾਂ ਬੈਂਕ 'ਚ ਡੈਬਿਟ ਹੋਊਗਾ। ਕੈਸ਼ ਬੁੱਕ 'ਚ ਡੈਬਿਟ ਬਕਾਇਆ, ਇਹ ਗਲਤ ਆ। ਸੋ ਆਨਸਰ ਹੋ ਗਿਆ ਏ ਅਤੇ ਬੀ ਦੋਨੇ। ਸੋ ਆਨਸਰ ਹੈਗਾ ਏ ਅਤੇ ਬੀ ਦੋਨੇ, ਯਾਨੀ ਕੈਸ਼ ਬੁੱਕ ਵਿੱਚ ਜਿਹੜਾ ਓਵਰਡਰਾਫਟ ਆ ਉਹ ਕੈਸ਼ ਬੁੱਕ ਦੇ ਕ੍ਰੈਡਿਟ ਬੈਲੈਂਸ ਅਤੇ ਬੈਂਕ ਸਟੇਟਮੈਂਟ ਦੇ ਡੈਬਿਟ ਬੈਲੈਂਸ ਨੂੰ ਰੀਪ੍ਰਜੈਂਟ ਕਰਦਾ ਵਾ। ਫਿਫਥ ਕੁਐਸਚਨ ਆ, ਪਾਸਬੁੱਕ ਵਿੱਚ ਓਵਰਡਰਾਫਟ ਦਾ ਮਤਲਬ। ਹੁਣ ਪਾਸਬੁੱਕ 'ਚ ਓਵਰਡਰਾਫਟ ਮਤਲਬ ਪਾਸਬੁੱਕ ਦੇ ਵਿੱਚ ਨੈਗੇਟਿਵ ਬੈਲੈਂਸ ਆ, ਅਸੀਂ ਬੈਂਕ ਦੇ ਰੁਪਈਏ ਦੇਣੇ ਆ ਯਾਨੀ ਕਿ। ਸੋ ਇਹਦਾ ਮਤਲਬ ਕੈਸ਼ ਬੁੱਕ ਵਿੱਚ ਕ੍ਰੈਡਿਟ ਬਕਾਇਆ, ਇਹ ਠੀਕ ਆ। ਬੈਂਕ ਸਟੇਟਮੈਂਟ ਵਿੱਚ ਕ੍ਰੈਡਿਟ ਬਕਾਇਆ ਗਲਤ ਆ। ਜੇ ਕੈਸ਼ ਬੁੱਕ ਦਾ ਕ੍ਰੈਡਿਟ ਆ ਤਾਂ ਬੈਂਕ 'ਚ ਡੈਬਿਟ ਹੋਣਾ ਚਾਹੀਦਾ। ਕੈਸ਼ ਬੁੱਕ 'ਚ ਡੈਬਿਟ, ਇਹ ਵੀ ਗਲਤ ਆ। ਸੋ ਡੀ, ਬੀ ਅਤੇ ਸੀ ਦੋਵੇਂ ਹੋ ਹੀ ਨਹੀਂ ਸਕਦੇ। ਸੋ ਇਸ ਕਰਕੇ ਇਹਦਾ ਆਨਸਰ ਆ ਕੈਸ਼ ਬੁੱਕ ਵਿੱਚ ਕ੍ਰੈਡਿਟ ਬਕਾਇਆ, ਮਤਲਬ ਆਪਾਂ ਬੈਂਕ ਦੇ ਰੁਪਈਏ ਦੇਣੇ ਆ, ਯਾਨੀ ਕਿ ਸਾਡੇ ਕੋਲ ਕੈਸ਼ ਬੁੱਕ ਦੇ ਵਿੱਚ ਬੈਂਕ ਕਾਲਮ 'ਚ ਨੈਗੇਟਿਵ ਬੈਲੈਂਸ ਆ, ਓਵਰਡਰਾਫਟ ਆ। ਸਿਕਸਥ ਹੈਗਾ, ਹੇਠ ਲਿਖਿਆ ਵਿੱਚੋਂ ਕਿਹੜੀ ਕੈਸ਼ ਬੁੱਕ ਅਤੇ ਪਾਸਬੁੱਕ ਦੇ ਬੈਲੈਂਸ ਵਿੱਚ ਅੰਤਰ ਦਾ ਕਾਰਨ ਨਹੀਂ ਹੈ। ਵਿਚ ਡਜ਼ ਨਾਟ ਕਾਜ਼ ਡਿਫਰੈਂਸ ਇਨ ਬੈਲੈਂਸ ਇਨ ਕੈਸ਼ ਬੁੱਕ ਐਂਡ ਪਾਸਬੁੱਕ। ਕੈਸ਼ ਬੁੱਕ ਅਤੇ ਪਾਸਬੁੱਕ ਦੇ ਵਿੱਚ ਜਿਹੜੇ ਬੈਲੈਂਸ ਹੁੰਦੇ ਨੇ ਉਹ 'ਚ ਡਿਫਰੈਂਸ ਕਿਹਦੇ ਕਰਕੇ ਨਹੀਂ ਹੁੰਦਾ। ਨਿਰਾਦਰ ਚੈੱਕ ਮਤਲਬ ਡਿਸਓਨਰ ਚੈੱਕ ਕਰਕੇ ਹੁੰਦਾ ਵਾ। ਜਦੋਂ ਟੈਕਸ ਡਿਸਓਨਰ ਹੁੰਦਾ ਦੋਨਾਂ 'ਚ ਡਿਫਰੈਂਸ ਹੋ ਜਾਂਦਾ। ਦੈਨ ਚੈੱਕ ਜਮ੍ਹਾਂ ਕਰਾਏ ਪਰ ਅਜੇ ਤੱਕ ਕਲੀਅਰ ਨਹੀਂ ਹੋਏ, ਚੈੱਕ ਡਿਪੋਜ਼ਿਟਡ ਬਟ ਨਾਟ ਕਲੀਅਰ ਬਾਏ ਬੈਂਕ, ਇਹਦੇ ਕਰਕੇ ਵੀ ਡਿਫਰੈਂਸ ਹੁੰਦਾ ਵਾ। ਕ੍ਰੈਡਿਟ ਵਿਕਰੀ ਦਾ ਕੋਈ ਮਤਲਬ ਹੀ ਨਹੀਂ ਹੈ, ਇਹਦੇ ਕਰਕੇ ਕੋਈ ਡਿਫਰੈਂਸ ਨਹੀਂ ਹੁੰਦਾ। ਚੈੱਕ ਜਾਰੀ ਕੀਤੇ ਪਰ ਅਜੇ ਤੱਕ ਭੁਗਤਾਨ ਲਈ ਪੇਸ਼ ਨਹੀਂ ਹੋਏ, ਚੈੱਕ ਇਸ਼ੂਡ ਬਟ ਨਾਟ ਪ੍ਰੈਜੈਂਟਡ ਫॉर ਪੇਮੈਂਟ, ਇਹਦੇ ਕਰਕੇ ਵੀ ਡਿਫਰੈਂਸ ਹੁੰਦਾ। ਯਾਨੀ ਕਿ ਏ ਕਰਕੇ ਵੀ ਹੁੰਦਾ, ਬੀ ਕਰਕੇ ਵੀ ਹੁੰਦਾ, ਡੀ ਕਰਕੇ ਵੀ ਹੁੰਦਾ। ਸੋ ਆਨਸਰ ਆ ਸੀ, ਇਹਦੇ ਕਰਕੇ ਬੈਂਕ ਰਿਕਨਸੀਲੀਏਸ਼ਨ ਯਾਨੀ ਕਿ ਕੈਸ਼ ਬੁੱਕ ਅਤੇ ਪਾਸਬੁੱਕ 'ਚ ਕੋਈ ਡਿਫਰੈਂਸ ਨਹੀਂ ਹੁੰਦਾ। ਨੈਕਸਟ ਹੈਗਾ 7, ਜਦੋਂ ਕੋਈ ਤਕਨੀਕੀ ਕਾਰਨ ਦਿਖਾਉਂਦੇ ਹੋਏ ਬੈਂਕ ਦੁਆਰਾ ਚੈੱਕ ਵਾਪਸ ਕੀਤਾ ਜਾਂਦਾ ਤਾਂ ਇਸ ਨੂੰ ਕੀ ਕਹਿੰਦੇ ਆ। ਚੈੱਕ ਰਿਟਰਨ ਬਾਏ ਬੈਂਕ ਇਜ਼ ਨੋਨ ਐਜ਼
ਹੋਨਰ ਆਫ ਚੈੱਕ ਯਾਨੀ ਚੈੱਕ ਦਾ ਸਮਾਨ, ਹੋਨਰ ਆਫ ਚੈੱਕ, ਚੈੱਕ ਦਾ ਹਸਤਾਂਤਰਨ, ਟ੍ਰਾਂਸਫਰ ਆਫ ਚੈੱਕ, ਚੈੱਕ ਦਾ ਨਿਰਾਦਰ, ਡਿਸਓਨਰ ਆਫ ਚੈੱਕ। ਇਹਨਾਂ ਵਿੱਚੋਂ ਕੋਈ ਨਹੀਂ। ਜਦੋਂ ਚੈੱਕ ਵਾਪਸ ਕੀਤਾ ਉਹਨੂੰ ਕਹਿੰਦੇ ਆ ਡਿਸਓਨਰ ਆਫ ਚੈੱਕ। ਸੀ ਆਣਾ ਸੀ, ਸੀ ਦਾ ਚੈੱਕ ਦਾ ਨਿਰਾਦਰ। ਨੈਕਸਟ ਹੈਗਾ ਵਾ ਵਪਾਰ ਖਾਤੇ ਯਾਨੀ ਕਿ ਟ੍ਰੇਡਿੰਗ ਅਕਾਊਂਟ ਦਾ ਨਤੀਜਾ ਹੁੰਦਾ ਹੈ। ਟ੍ਰੇਡਿੰਗ ਅਕਾਊਂਟ ਤੋਂ ਸਾਨੂੰ ਕੀ ਪਤਾ ਲੱਗਦਾ? ਕੁੱਲ ਲਾਭ ਦਾ ਪਤਾ ਲੱਗਦਾ, ਸ਼ੁੱਧ ਲਾਭ ਨਹੀਂ, ਸ਼ੁੱਧ ਨੁਕਸਾਨ ਨਹੀਂ। ਕੁੱਲ ਲਾਭ ਜਾਂ ਕੁੱਲ ਨੁਕਸਾਨ? ਦੇਖੋ ਇਹਦਾ ਆਨਸਰ ਆਊਗਾ ਡੀ। ਕੁੱਲ ਲਾਭ ਵੀ ਹੋ ਸਕਦਾ ਯਾਨੀ ਗ੍ਰੋਸ ਪ੍ਰੋਫਿਟ ਵੀ ਹੋ ਸਕਦਾ, ਗ੍ਰੋਸ ਲਾਸ ਵੀ ਹੁੰਦਾ। ਯਾਨੀ ਟ੍ਰੇਡਿੰਗ ਅਕਾਊਂਟ ਦਾ ਰਿਜ਼ਲਟ ਹੁੰਦਾ ਗ੍ਰੋਸ ਪ੍ਰੋਫਿਟ ਔਰ ਗ੍ਰੋਸ ਲਾਸ, ਦੋਨਾਂ 'ਚ ਕੋਈ ਵੀ ਹੋ ਸਕਦਾ। ਸਿੱਧੇ ਖਰਚੇ ਯਾਨੀ ਕਿ ਡਾਇਰੈਕਟ ਐਕਸਪੈਂਸ ਡੈਸ਼ ਵਿੱਚ ਦਰਜ ਕੀਤੇ ਜਾਂਦੇ ਹਨ। ਸਿੱਧੇ ਖਰਚੇ ਡਾਇਰੈਕਟ ਐਕਸਪੈਂਸ ਕਿੱਥੇ ਲਿਖਦੇ ਹਾਂ ਅਸੀਂ? ਵਪਾਰਕ ਖਾਤੇ ਯਾਨੀ ਟ੍ਰੇਡਿੰਗ ਅਕਾਊਂਟ 'ਚ, ਪ੍ਰੋਫਿਟ ਐਂਡ ਲਾਸ ਅਕਾਊਂਟ 'ਚ, ਬੈਲੈਂਸ ਸ਼ੀਟ 'ਚ, ਇਹਨਾਂ ਵਿੱਚੋਂ ਕੋਈ ਨਹੀਂ। ਸੋ ਡਾਇਰੈਕਟ ਐਕਸਪੈਂਸ ਟ੍ਰੇਡਿੰਗ ਅਕਾਊਂਟ 'ਚ ਲਿਖੇ ਜਾਂਦੇ ਆ। ਨੈਕਸਟ ਹੈਗਾ ਲਾਭ ਅਤੇ ਹਾਨੀ ਖਾਤੇ ਦਾ ਨਤੀਜਾ ਹੁੰਦਾ ਹੈ ਯਾਨੀ ਕਿ ਲਾਭ ਹਾਨੀ ਦਾ ਨਤੀਜਾ ਕੀ ਹੁੰਦਾ? ਲਾਭ ਹਾਨੀ ਖਾਤੇ ਦਾ ਗ੍ਰੋਸ ਪ੍ਰੋਫਿਟ ਨਹੀਂ, ਨੈਟ ਪ੍ਰੋਫਿਟ ਹੁੰਦਾ, ਨੈਟ ਲਾਸ ਇਹ ਵੀ ਹੁੰਦਾ। ਸੋ ਡੀ ਆਊਗਾ ਆਪਸ਼ਨ ਨੈਟ ਪ੍ਰੋਫਿਟ ਔਰ ਨੈਟ ਲਾਸ, ਜਾਂ ਪ੍ਰੋਫਿਟ ਹੋ ਸਕਦਾ ਜਾਂ ਲਾਸ ਹੋ ਸਕਦਾ। ਨੈਕਸਟ ਹੈਗਾ ਅਸਲ ਲਾਗਤ ਵਿਧੀ ਦੇ ਤਹਿਤ ਮੁੱਲ ਕਸਾਈ ਦੀ ਦਰ ਕੀ ਹੁੰਦੀ ਆ? ਯਾਨੀ ਕਿ ਓਰੀਜਨਲ ਕਾਸਟ ਮੈਥਡ ਦੇ ਵਿੱਚ ਰੇਟ ਆਫ ਡੈਪਰੀਸੀਏਸ਼ਨ ਕਿੰਨੀ ਹੁੰਦੀ ਆ? ਦੇਖੋ ਰੇਟ ਆਫ ਡੈਪਰੀਸੀਏਸ਼ਨ ਫਿਕਸ ਹੁੰਦੀ ਨਹੀਂ, ਜਿੰਨੀ ਉਹਦਾ ਐਸੈਟ ਦੇ ਅਕੋਰਡਿੰਗਲੀ ਜਾਂ ਜੋ ਡਿਸਾਈਡ ਕੀਤੀ ਉਹ ਹੁੰਦੀ ਆ। ਸੋ ਏ ਵੀ ਨਹੀਂ ਆਣਾ, ਬੀ ਵੀ ਨਹੀਂ ਆਣਾ, ਸੀ ਵੀ ਨਹੀਂ ਆਣਾ। ਆਨਸਰ ਹੈਗਾ ਸਥਿਰ ਨਹੀਂ ਹੁੰਦੀ। 10 ਵੀ ਹੋ ਸਕਦੀ ਆ, 5 ਵੀ ਹੋ ਸਕਦੀ ਆ, 20 ਵੀ ਹੋ ਸਕਦੀ ਆ। 12th ਹੈਗਾ ਗਲਤੀ ਜਿਸ ਦਾ ਤਲਪਟ ਟ੍ਰਾਇਲ ਬੈਲੈਂਸ ਦੁਆਰਾ ਪਤਾ ਚੱਲ ਸਕਦਾ ਹੈ। ਜਿਹਦਾ ਪਤਾ ਲੱਗ ਜਾਂਦਾ ਜਿਹੜੀ ਗਲਤੀ ਦਾ ਟ੍ਰਾਇਲ ਬੈਲੈਂਸ ਤੋਂ। ਜੋੜ ਘਟਾਓ ਦੀ ਗਲਤੀ ਦਾ ਪਤਾ ਲੱਗ ਜਾਂਦਾ, ਸਿਧਾਂਤ ਦੀ ਗਲਤੀ ਦਾ ਨਹੀਂ ਪਤਾ ਲੱਗਦਾ ਕਿਉਂਕਿ ਇਹਦੇ 'ਚ ਅਮਾਊਂਟ ਤਾਂ ਸਹੀ ਡੈਬਿਟ ਕ੍ਰੈਡਿਟ ਹੁੰਦੀ ਆ ਪਰ ਅਕਾਊਂਟ ਚੇਂਜ ਹੋ ਜਾਂਦਾ। ਹਾਨੀਪੂਰਕ ਗਲਤੀ ਜਿਵੇਂ ਮਤਲਬ ਰੈਕਟੀਫਾਈਂਗ ਐਰਰ ਆ, ਇਹਦਾ ਤਾਂ ਪਤਾ ਲੱਗਦਾ ਹੀ ਨਹੀਂ। ਉਪਰੋਕਤ ਵਿੱਚੋਂ ਕੋਈ ਨਹੀਂ, ਇਹ ਵੀ ਗਲਤ ਆ। ਸੋ ਕਿਉਂਕਿ ਪਹਿਲੀ ਦਾ ਪਤਾ ਲੱਗਦਾ, ਸੋ ਆਨਸਰ ਆ ਜੋੜ ਘਟਾਓ ਦੀ ਗਲਤੀ ਦਾ ਟ੍ਰਾਇਲ ਬੈਲੈਂਸ ਤੋਂ ਪਤਾ ਲੱਗ ਜਾਂਦਾ। ਅਰਥਮੈਟਿਕ ਐਰਰ ਕਹਿ ਦਿੰਦੇ ਇਹਨੂੰ। ਨੈਕਸਟ ਹੈਗਾ 13th ਅਪ੍ਰਤੱਖ ਖਰਚੇ ਯਾਨੀ ਇਨਡਾਇਰੈਕਟ ਐਕਸਪੈਂਸ ਹੋ ਗਏ, ਡੈਸ਼ ਵਿੱਚ ਦਰਜ ਕੀਤੇ ਜਾਂਦੇ ਹਨ। ਇਨਡਾਇਰੈਕਟ ਐਕਸਪੈਂਸ ਰਿਕਾਰਡ ਕੀਤੇ ਜਾਂਦੇ ਆ ਟ੍ਰੇਡਿੰਗ ਅਕਾਊਂਟ 'ਚ ਨਾ, ਉਹ 'ਚ ਤਾਂ ਡਾਇਰੈਕਟ ਹੁੰਦੇ ਆ। ਬੈਲੈਂਸ ਸ਼ੀਟ ਲਾਭ ਹਾਨੀ ਖਾਤੇ 'ਚ ਯੈਸ, ਇਹ 'ਚ ਆਪਾਂ ਇਨਡਾਇਰੈਕਟ ਐਕਸਪੈਂਸ ਲਿਖਦੇ ਹਾਂ। ਬੈਲੈਂਸ ਸ਼ੀਟ 'ਚ ਐਸੈਟ ਐਂਡ ਲਾਇਬਿਲਿਟੀਜ਼ ਲਿਖੀਆਂ ਜਾਂਦੀਆਂ ਤੇ ਕੈਪੀਟਲ ਲਿਖੀ ਜਾਂਦੀ ਆ। ਇਹਨਾਂ ਵਿੱਚੋਂ ਕੋਈ ਵੀ ਗਲਤ ਆ, ਯਾਨੀ ਕਿ ਇਹ 'ਚ ਆਨਸਰ ਹੈਗਾ ਵਾ ਲਾਭ ਅਤੇ ਹਾਨੀ ਖਾਤਾ। ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਇਨਡਾਇਰੈਕਟ ਐਕਸਪੈਂਸ ਲਿਖੇ ਜਾਂਦੇ ਆ। ਨੈਕਸਟ ਆ ਗਿਆ ਤਲਪਟ ਕੀ ਹੈ? ਵਟ ਇਜ਼ ਟ੍ਰਾਇਲ ਬੈਲੈਂਸ? ਐਨ ਅਕਾਊਂਟ ਇੱਕ ਖਾਤਾ ਵਾ, ਇਹ ਸਟੇਟਮੈਂਟ ਇੱਕ ਵਿਵਰਣ ਆ, ਦੋਹਰੀ ਲੇਖਾ ਪ੍ਰਣਾਲੀ ਦਾ ਹਿੱਸਾ ਵਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਦੇਖੋ ਖਾਤਾ ਇਹ ਹੈ ਨਹੀਂ, ਦੋਹਰੀ ਲੇਖਾ ਪ੍ਰਣਾਲੀ ਦਾ ਹਿੱਸਾ ਵੀ ਇਹ ਨਹੀਂ ਹੈਗਾ ਤੇ ਪਰ ਇਹ ਇੱਕ ਵਿਵਰਣ ਆ, ਇੱਕ ਸਟੇਟਮੈਂਟ ਹੁੰਦੀ ਆ। ਸੋ ਟ੍ਰਾਇਲ ਬੈਲੈਂਸ ਇਜ਼ ਏ ਸਟੇਟਮੈਂਟ, ਇੱਕ ਵਿਵਰਣ ਆ। ਜੇ ਇੱਕ ਵਪਾਰਿਕ ਇਕਾਈ ਦਾ ਸ਼ੁਰੂ ਦਾ ਸਟਾਕ ਆਪਾਂ ਨੂੰ ਦਿੱਤਾ ਹੋਇਆ ਵਾ 75,000 ਸਟਾਕ ਦਿੱਤਾ, ਪਰਚੇਜ਼ 1,10,000 ਦਿੱਤੀ ਆ, ਸੇਲ 2,70,000 ਦਿੱਤੀ ਆ, ਡਾਇਰੈਕਟ ਐਕਸਪੈਂਸ 15,000 ਦਿੱਤੇ ਆ, ਇਨਡਾਇਰੈਕਟ ਐਕਸਪੈਂਸ 40,000 ਦਿੱਤੇ ਆ, ਕਲੋਜ਼ਿੰਗ ਸਟਾਕ 30,000 ਦਿੱਤੇ ਆ ਤੇ ਆਪਸ਼ਨ ਦਿੱਤੇ ਆ ਵੀ ਗ੍ਰੋਸ ਪ੍ਰੋਫਿਟ ਕਿੰਨਾ ਹੋਵੇਗਾ 90,000, 1 ਲੱਖ, 2 ਲੱਖ, 15,000। ਇਹਨੂੰ ਸਾਨੂੰ ਕੈਲਕੂਲੇਟ ਕਰਨਾ ਪਊਗਾ। ਅਸੀਂ ਫਾਰਮੂਲਾ ਲਿਖਾਂਗੇ ਤੇ ਕੈਲਕੂਲੇਟ ਕਰਾਂਗੇ। ਸੋ ਕੈਲਕੂਲੇਸ਼ਨ ਕਿਵੇਂ ਹੋਏਗੀ? ਕੈਲਕੂਲੇਸ਼ਨ ਹੋਏਗੀ ਕਾਸਟ ਆਫ ਗੁੱਡਸ ਸੋਲਡ ਦਾ ਫਾਰਮੂਲਾ ਲੱਗੇਗਾ। ਅਸੀਂ ਲਿਖਾਂਗੇ ਓਪਨਿੰਗ ਸਟਾਕ ਪਲੱਸ ਪਰਚੇਜ਼ ਪਲੱਸ ਐਕਸਪੈਂਸ ਮਾਈਨਸ ਕਲੋਜ਼ਿੰਗ ਸਟਾਕ। ਇਹਦੇ ਫਾਰਮੂਲੇ ਲਾ ਕੇ 1,70,000 ਆ ਗਿਆ ਕਾਸਟ ਆਫ ਗੁੱਡ ਸੋਲਡ। ਫਿਰ ਗ੍ਰੋਸ ਪ੍ਰੋਫਿਟ ਦਾ ਫਾਰਮੂਲਾ ਲਾ ਲਾਂਗੇ, ਸੇਲ ਮਾਈਨਸ ਕਾਸਟ ਆਫ ਗੁੱਡ ਸੋਲਡ 270 ਮਾਈਨਸ 170, ਆਨਸਰ ਆ ਗਿਆ 1 ਲੱਖ। ਸੋ ਦਾ ਆਨਸਰ ਇਜ਼ ਬੀ 1 ਲੱਖ ਰੁਪਈਏ। ਨੈਕਸਟ ਆ ਜਾਂਦੇ ਆ ਹੁਣ ਸਾਡੇ ਕੋਲ 16th ਕੁਐਸਚਨ। ਵਾਤਾਵਰਣ ਦੇ ਦਬਾਵਾਂ ਨੂੰ ਪੂਰਾ ਕਰਨ ਲਈ ਸਾਮੂਹਿਕ ਯੋਜਨਾ ਡੈਸ਼ ਹੈ, ਯਾਨੀ ਕਿ ਟੈਂਪਰੇਰੀ ਜਿਹੜੇ ਇਨਵਾਇਰਮੈਂਟ ਦੇ ਕਰਕੇ ਪ੍ਰੈਸ਼ਰ ਪੈਂਦੇ ਆ, ਯਾਨੀ ਇਨਵਾਇਰਮੈਂਟ ਚੇਂਜ ਦਾ ਜਿਹੜੇ ਸਾਡੇ 'ਤੇ ਇਫੈਕਟ ਹੁੰਦਾ ਵਾ, ਉਹਨੂੰ ਟੈਕਲ ਕਰਨ ਦੇ ਲਈ ਟਾਈਮ ਬੀਇੰਗ ਜਿਹੜੀ ਅਸੀਂ ਪਲੈਨਿੰਗ ਕਰਦੇ ਆ ਉਹਨੂੰ ਕੀ ਕਹਿੰਦੇ ਆ? ਆਬਜੈਕਟਿਵ, ਸਟ੍ਰੈਟਜੀਜ਼, ਪੋਲਿਸੀਜ਼, ਰੂਲਸ। ਯਾਨੀ ਉਦੇਸ਼ ਆਬਜੈਕਟਿਵਸ, ਰਣਨੀਤੀਆਂ ਸਟ੍ਰੈਟਜੀਜ਼, ਨੀਤੀਆਂ ਪੋਲਿਸੀਜ਼, ਨਿਯਮ ਰੂਲ। ਸੋ ਇਹਦਾ ਆਨਸਰ ਆ ਰਣਨੀਤੀਆਂ। ਉਹਨਾਂ ਨੂੰ ਰਣਨੀਤੀਆਂ ਸਟ੍ਰੈਟਜੀਜ਼ ਕਹਿੰਦੇ ਆ ਜਿਹੜੀ ਇਨਵਾਇਰਮੈਂਟਲ ਚੈਲੰਜਿਸ ਨੂੰ ਫੇਸ ਕਰਨ ਲਈ ਅਪਣਾਈਆਂ ਜਾਂਦੀਆਂ। ਕਿਸੇ ਨੀਤੀ ਨੂੰ ਲਾਗੂ ਕਰਨ ਅਤੇ ਕਿਸੇ ਉਦੇਸ਼ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਕਦਮਾਂ ਦਾ ਕ੍ਰਮ ਚਰੋਨੋਲੋਜੀਕਲ ਆਰਡਰ ਡੈਸ਼ ਵਜੋਂ ਜਾਣਿਆ ਜਾਂਦਾ ਹੈ। ਯਾਨੀ ਕਿਸੇ ਕੰਮ ਨੂੰ ਕਰਨ ਦੇ ਲਈ ਉਹਦਾ ਕ੍ਰਮਵਾਰ ਜਦੋਂ ਅਸੀਂ ਆਰਡਰ ਬਣਾ ਲੈਂਦੇ ਹਾਂ ਉਹਨੂੰ ਕੀ ਕਿਹਾ ਜਾਂਦਾ? ਜਦੋਂ ਕ੍ਰਮਵਾਰ ਆਰਡਰ ਬਣਾਉਂਦੇ ਹਾਂ ਉਹਨੂੰ ਪ੍ਰਕਿਰਿਆ ਕਿਹਾ ਜਾਂਦਾ ਵਾ। ਪ੍ਰਕਿਰਿਆ
ਸਟੈਪ ਬਾਈ ਸਟੈਪ ਜਦੋਂ ਕਿਸੇ ਕੰਮ ਨੂੰ ਆਪਾਂ ਲਿਖ ਲੈਂਦੇ ਹਾਂ ਕਿਵੇਂ ਕਰਨਾ ਵਾ ਉਹਨੂੰ ਪ੍ਰਕਿਰਿਆ ਕਹਿੰਦੇ ਆ। ਕ੍ਰਮਬੱਧ ਸੀਰੀਜ਼ ਬਾਈ ਆਰਡਰ ਸੀਰੀਅਲ ਆਰਡਰ 'ਚ ਬਣਾ ਲੈਂਦੇ ਹਾਂ। ਨੈਕਸਟ ਹੈਗਾ ਭਵਿੱਖ ਵਿੱਚ ਨਿਸ਼ਚਿਤ ਸਮੇਂ ਲਈ ਸੰਖਿਆਤਮਕ ਰੂਪਾਂ ਵਿੱਚ ਪ੍ਰਗਟਾਏ ਗਏ ਅਨੁਮਾਨਿਤ ਨਤੀਜਿਆਂ ਦਾ ਬਿਆਨ ਡੈਸ਼ ਦੇ ਤੌਰ 'ਤੇ ਜਾਣਿਆ ਜਾਂਦਾ ਵਾ। ਇਹਦਾ ਮਤਲਬ ਫਿਊਚਰ ਦੇ ਲਈ ਅਸੀਂ ਜੋ ਐਸਟੀਮੇਟ ਕਰਦੇ ਹਾਂ ਜਦੋਂ ਉਹਨੂੰ ਅਸੀਂ ਨੰਬਰਸ ਦੇ ਵਿੱਚ ਲਿਖਦੇ ਹਾਂ ਦੈਟ ਇਜ਼ ਨੋਨ ਐਜ਼ ਉਹਨੂੰ ਕੀ ਕਹਿੰਦੇ ਆ, ਯਾਨੀ ਕਿ ਫਿਊਚਰ ਦੇ ਰਿਗਾਰਡਿੰਗ ਕੁਝ ਐਸਟੀਮੇਟਸ ਕੀਤੇ ਆ ਦੈਟ ਆਰ ਰਿਟਨ ਇਨ ਨੰਬਰਸ ਐਂਡ ਦੈਟ ਇਜ਼ ਨੋਨ ਐਜ਼ ਉਦੇਸ਼ ਓਬਜੈਕਟਿਵ ਕਹਿੰਦੇ ਆ, ਸਟ੍ਰੈਟਜੀਜ਼ ਕਹਿੰਦੇ ਆ, ਪ੍ਰੋਸੀਜਰ ਪ੍ਰਕਿਰਿਆਵਾਂ ਕਹਿੰਦੇ ਆ ਜਾਂ ਬਜਟ ਕਹਿੰਦੇ ਆ। ਇਹਦਾ ਆਨਸਰ ਆ ਬਜਟ। ਨੈਕਸਟ ਹੈਗਾ ਕੰਮ ਲਈ ਸਮਾਂ ਕ੍ਰਮ ਸਥਾਪਿਤ ਕਰਨ ਦੀ ਪ੍ਰਕਿਰਿਆ ਨੂੰ ਡੈਸ਼ ਵਜੋਂ ਜਾਣਿਆ ਜਾਂਦਾ। ਸਮਾਂ ਕ੍ਰਮ ਇਹਨੂੰ ਚਰੋਨੋਲੋਜੀਕਲ ਆਰਡਰ ਇਹਨੂੰ ਕਹਿੰਦੇ ਆ, ਯਾਨੀ ਕਿ ਅਸੀਂ ਟਾਈਮ ਦੇ ਅਕੋਰਡਿੰਗਲੀ ਸੈੱਟ ਕਰਦੇ ਹਾਂ ਇੰਨੇ ਟਾਈਮ 'ਚ ਇਹ ਕੰਮ ਹੋਊਗਾ ਇੰਨੇ ਟਾਈਮ 'ਚ ਇਹ ਕੰਮ ਹੋਊਗਾ, ਯਾਨੀ ਕਿ ਟਾਈਮ ਦੇ ਅਕੋਰਡਿੰਗਲੀ ਜਦੋਂ ਅਸੀਂ ਪ੍ਰੋਸੀਜਰ ਬਣਾਉਂਦੇ ਹਾਂ ਉਹਨੂੰ ਕਿਹਾ ਜਾਂਦਾ ਵਾ ਓਬਜੈਕਟਿਵ ਕਿਹਾ ਜਾਂਦਾ ਵਾ ਜਾਂ ਉਦੇਸ਼ ਜਾਂ ਕਾਰਜਕ੍ਰਮ ਪ੍ਰੋਗਰਾਮ, ਪ੍ਰਕਿਰਿਆ ਪ੍ਰੋਸੀਜਰ ਜਾਂ ਬਜਟ। ਇਹਦਾ ਆਨਸਰ ਆ ਕਾਰਜਕ੍ਰਮ ਪ੍ਰੋਗਰਾਮ। ਜਦੋਂ ਅਸੀਂ ਸਮਾਂ ਕ੍ਰਮ ਸਥਾਪਿਤ ਕਰਦੇ ਹਾਂ ਚਰੋਨੋਲੋਜੀਕਲ ਆਰਡਰ 'ਚ ਯਾਨੀ ਕਿ ਅਰੇਂਜ ਕਰਦੇ ਹਾਂ ਵੀ ਕੰਮ ਕਿੰਨੇ ਸਮੇਂ 'ਚ ਕਿਹੜਾ ਹੋਣਾ ਚਾਹੀਦਾ ਉਹਨੂੰ ਕਹਿੰਦੇ ਆ ਪ੍ਰੋਗਰਾਮ ਕਾਰਜਕ੍ਰਮ। ਆਨਸਰ ਆ ਕਾਰਜਕ੍ਰਮ। ਨੈਕਸਟ ਹੈਗਾ ਇਹ ਆਣਾ ਵਾ ਇਹ ਇੱਕ ਸਖਤ ਯੋਜਨਾ ਹੈ ਜਿਸ ਵਿੱਚ ਵਿਵੇਕ ਭਿੰਨਤਾ ਦੀ ਕੋਈ ਗੁੰਜਾਇਸ਼ ਨਹੀਂ ਹੈ, ਯਾਨੀ ਇਟ ਇਜ਼ ਏ ਪਲਾਨ ਵਿਚ ਹੈਜ਼ ਨੋ ਸਕੋਪ ਫॉर ਚੇਂਜ ਔਰ ਵੇਰੀਏਸ਼ਨ, ਯਾਨੀ ਕਿ ਜਿਹਨੂੰ ਅਸੀਂ ਚੇਂਜ ਜਾਂ ਵੇਰੀਏਸ਼ਨ ਨਹੀਂ ਹੋ ਸਕਦੀ ਉਸ ਯੋਜਨਾ ਨੂੰ ਕੀ ਕਹਿੰਦੇ ਆ। ਫਸਟ ਹੈਗਾ ਰੂਲ ਯਾਨੀ ਨਿਯਮ ਰੂਲ, ਦੂਜਾ ਹੈਗਾ ਪ੍ਰੋਗਰਾਮ, ਤੀਜਾ ਹੈਗਾ ਪ੍ਰੋਸੀਜਰ, ਚੌਥਾ ਬਜਟ। ਸੋ ਦਾ ਆਨਸਰ ਆ ਰੂਲ। ਰੂਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਚੇਂਜ ਅਲਾਉਡ ਨਹੀਂ ਹੁੰਦਾ, ਭਿੰਨਤਾ ਅਲਾਉਡ ਨਹੀਂ ਹੁੰਦੀ। ਨੈਕਸਟ ਹੈਗਾ ਇਹ ਇੱਕ ਸਖਤ ਯੋਜਨਾ ਹੈ, ਇਹਦਾ ਆਨਸਰ ਹੈ ਨਿਯਮ। ਨੈਕਸਟ ਹੈਗਾ ਨੀਤੀ ਨੂੰ ਲਾਗੂ ਕਰਨ ਦੇ ਢੰਗ ਨੂੰ ਨਿਰਧਾਰਿਤ ਕਰਨਾ ਡੈਸ਼ ਵਜੋਂ ਜਾਣਿਆ ਜਾਂਦਾ ਹੈ। ਕਿਸੇ ਨੀਤੀ ਨੂੰ ਲਾਗੂ ਕਰਨ ਦੇ ਢੰਗ ਨੂੰ ਨਿਰਧਾਰਿਤ ਕਰਨਾ ਵੀ this policy will be implemented in this way is known as ਇਹਨੂੰ ਕਹਿੰਦੇ ਆ ਉਦੇਸ਼ ਕਾਰਜਕ੍ਰਮ ਪ੍ਰਕਿਰਿਆਵਾਂ ਜਾਂ ਬਜਟ। ਇਹਨੂੰ ਪ੍ਰਕਿਰਿਆਵਾਂ ਕਹਿੰਦੇ ਆ। ਪ੍ਰੋਸੀਜਰ ਸੈੱਟ ਕਰ ਲਿਆ ਅਸੀਂ ਕਿਸੇ ਕੰਮ ਨੂੰ ਕਰਨ ਦੇ ਲਈ ਪ੍ਰੋਸੀਜਰ ਸੈੱਟ ਕਰਨਾ ਉਹਨੂੰ ਕਹਿੰਦੇ ਆ ਕਿਸੇ ਕੰਮ ਨੂੰ ਕਰਨ ਦੇ ਲਈ ਢੰਗ ਨਿਰਧਾਰਿਤ ਕਰਨਾ ਦੈਟ ਇਜ਼ ਨੋਨ ਐਜ਼ ਪ੍ਰੋਸੀਜਰ ਯਾਨੀ ਪ੍ਰਕਿਰਿਆ। ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰੋਬਾਰ ਦੇ ਕਾਰੋਬਾਰੀ ਵਾਤਾਵਰਨ ਦਾ ਹਿੱਸਾ ਨਹੀਂ ਆ। ਗ੍ਰਾਹਕ ਹਿੱਸਾ ਹੈਗੇ ਆ, ਸਪਲਾਇਰ ਹੈਗੇ ਆ, ਪ੍ਰਤੀਯੋਗੀ ਹੈਗੇ ਆ। ਉਪਰੋਕਤ ਵਿੱਚੋਂ ਕੋਈ ਨਹੀਂ ਆਨਸਰ ਆਏਗਾ ਵੀ ਸਾਰੇ ਹੀ ਵਾਤਾਵਰਨ ਦਾ ਹਿੱਸਾ ਵਾ। ਸੋ ਆਨਸਰ ਕੋਈ ਵੀ ਨਹੀਂ ਹੈ, ਯਾਨੀ ਆਨਸਰ ਆ ਗਿਆ ਡੀ ਉਪਰੋਕਤ ਵਿੱਚੋਂ ਕੋਈ ਨਹੀਂ। ਨੈਕਸਟ ਹੈਗਾ ਸਿਹਤ ਸੰਭਾਲ ਬਾਰੇ ਵੱਧ ਰਹੀ ਜਾਗਰੂਕਤਾ ਦੇ ਕਾਰਨ ਦੇਸ਼ ਵਿੱਚ ਸਿਹਤ ਸੰਭਾਲ ਉਤਪਾਦਾਂ ਅਤੇ ਸੇਵਾਵਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ। ਡਿਊ ਟੂ ਹੈਲਥ ਕੌਨਸ਼ੀਅਸਨੈਸ health related product are sale of health related product are increase, demand of health related product or services are increase। ਉਪਰੋਕਤ ਮਾਮਲੇ ਵਿੱਚ ਵਰਣਨ ਕੀਤੇ ਜਾ ਰਹੇ ਕਾਰੋਬਾਰੀ ਵਾਤਾਵਰਣ ਦੀ ਵਿਸ਼ੇਸ਼ਤਾ ਦੀ ਪਛਾਣ ਕਰੋ। ਆਇਡੈਂਟੀਫਾਈ ਦਾ ਫੀਚਰ ਆਫ ਬਿਜ਼ਨਸ ਐਨਵਾਇਰਨਮੈਂਟ ਫਰੋਮ ਦਿਸ ਸਟੇਟਮੈਂਟ। ਇਸ ਸਟੇਟਮੈਂਟ ਦੇ ਵਿੱਚ ਬਿਜ਼ਨਸ ਐਨਵਾਇਰਨਮੈਂਟ ਦੀ ਕਿਹੜੀ ਫੀਚਰ ਆ ਜਿਹੜੀ ਸ਼ੋਅ ਕੀਤੀ ਗਈ ਆ। ਗਤੀਸ਼ੀਲ ਡਾਇਨਮਿਕ ਆ, ਅਨਿਸ਼ਚਿਤ ਅਨਸਰਟਨ ਆ, ਰਿਸ਼ਤੇਦਾਰੀ ਰਿਲੇਟਿਵ ਆ ਜਾਂ ਰਿਲੇਟਡ ਆਪਸੀ ਸੰਬੰਧ ਆ। ਸੋ ਇਹਦੇ ਵਿੱਚ ਆਪਸੀ ਸੰਬੰਧ ਦੱਸਿਆ ਗਿਆ ਵਾ ਵੀ ਇੱਕ ਚੀਜ਼ ਕਰਕੇ ਦੂਜੀ ਚੀਜ਼ ਹੋ ਰਹੀ ਆ। ਆਨਸਰ ਹੈਗਾ ਆਪਸੀ ਸੰਬੰਧ। 24ਵਾਂ ਵਸਤੂਆਂ ਅਤੇ ਸੇਵਾਵਾਂ ਦੇ ਨਿਰਯਾਤ ਨੂੰ ਵਧਾਉਣ ਦੇ ਲਈ ਕਾਰਪੋਰੇਟ ਟੈਕਸ ਦੀ ਦਰ ਨੂੰ ਘਟਾਉਣਾ, ਪੂੰਜੀ ਦੀ ਲਾਗਤ ਨੂੰ ਘਟਾਉਣਾ, ਰੈਗੂਲੇਟਰੀ ਅਤੇ ਟੈਕਸ ਢਾਂਚੇ ਨੂੰ ਸਰਲ ਬਣਾਉਣਾ ਵਾਤਾਵਰਣ ਦੇ ਕਿਸ ਪਹਿਲੂ ਨਾਲ ਸੰਬੰਧਿਤ ਆ। ਦੇਖੋ ਗੁੱਡਸ ਜਾਂ ਸਰਵਿਸਿਜ਼ ਆ ਉਹਨਾਂ ਦਾ ਐਕਸਪੋਰਟ ਵਧਾਉਣ ਦੇ ਲਈ ਟੈਕਸ ਰਿਡਿਊਸ ਕੀਤੇ ਗਏ, ਕੋਸਟ ਆਫ ਕੈਪੀਟਲ ਰਿਡਿਊਸ ਕੀਤੀ ਗਈ, ਰੈਗੂਲੇਸ਼ਨਸ ਰਿਲੈਕਸ ਕੀਤੇ ਗਏ, ਟੈਕਸ ਦੀ ਸਿੰਪਲੀਫਿਕੇਸ਼ਨ ਕੀਤੀ ਗਈ। ਇਹ ਵਾਤਾਵਰਣ ਦੇ ਕਿਸ ਨਾਲ ਰਿਲੇਟਡ ਆ। ਸੋਸ਼ਲ, ਟੈਕਨੀਕਲ, ਪੋਲੀਟੀਕਲ ਜਾਂ ਇਕਨੋਮਿਕਲ। ਇਹ ਵਾਤਾਵਰਣ ਦੇ ਇਕਨੋਮਿਕਲ ਪਹਿਲੂ ਨਾਲ ਰਿਲੇਟਡ ਆ, ਆਰਥਿਕ ਪਹਿਲੂ ਨਾਲ ਰਿਲੇਟਡ ਆ। ਉੱਥੇ ਇਹ ਡਿਸੀਜਨ ਲਿੱਤੇ ਜਾਂਦੇ ਆ।
25th हैगा ਕੇਂਦਰੀ ਮੰਤਰੀ ਮੰਡਲ ਨੇ 에ਅਰ ਇੰਡੀਆ ਇੱਕ ਪੂਰਨ ਸਰਕਾਰੀ ਮਾਲਕੀ ਵਾਲੀ 에ਅਰਲਾਈਨ ਵਿੱਚੋਂ ਹਿੱਸੇਦਾਰੀ ਨੂੰ ਵੰਡਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ। ਇਟ ਮੀਨਸ ਸੈਂਟਰਲ ਗਵਰਨਮੈਂਟ give permission to reduce the ownership in airlines, which means bring more partner in airlines। ਇਸ ਦਾ ਮਤਲਬ ਹੈ ਇਟ ਮੀਨਸ ਕਿ ਸਰਕਾਰ ਆਪਣੀ ਹਿੱਸੇਦਾਰੀ ਦਾ ਕਾਫੀ ਹਿੱਸਾ ਛੱਡਣ ਅਤੇ ਬਿਮਾਰ 에ਅਰਲਾਈਨਸ ਦਾ ਪ੍ਰਬੰਧ ਨਿੱਜੀ ਖੇਤਰ ਨੂੰ ਦੇਣ ਲਈ ਤਿਆਰ ਹੈ। ਇਟ ਮੀਨਸ ਗਵਰਨਮੈਂਟ ਇਜ਼ ਰੈਡੀ ਟੂ ਸੈਲ some part of its his airline। ਉਪਰੋਕਤ 17 ਵਿੱਚ ਕਿਸ ਬਾਰੇ ਵਰਣਨ ਹੋ ਰਿਹਾ ਹੈ? ਅਬਵ ਸਟੇਟਮੈਂਟ ਇਜ਼ ਅਬਾਊਟ ਉਦਾਰੀਕਰਨ ਯਾਨੀ ਗਲੋਬਲਾਈਜੇਸ਼ਨ ਲਿਬਰਲਾਈਜੇਸ਼ਨ, ਨਿੱਜੀਕਰਨ ਪ੍ਰਾਈਵੇਟਾਈਜੇਸ਼ਨ, ਵਿਸ਼ਵੀਕਰਨ ਗਲੋਬਲਾਈਜੇਸ਼ਨ ਤੇ ਨੋਟਬੰਦੀ। ਇਹਨਾਂ ਵਿੱਚੋਂ ਕਿਹਦੇ ਬਾਰੇ ਗੱਲ ਹੋ ਰਹੀ ਹੈ? ਆਪਣਾ ਹਿੱਸਾ ਵੇਚ ਰਹੀ ਹੈ ਸਰਕਾਰ, ਸੋ ਪ੍ਰਾਈਵੇਟਾਈਜੇਸ਼ਨ ਦੀ ਗੱਲ ਹੋ ਰਹੀ ਹੈ, ਨਿੱਜੀਕਰਨ ਆਨਸਰ ਹੈ ਇਹਦਾ। 26 ਹੈਗਾ ਦੀਵਾਲੀ ਦੇ ਤਿਉਹਾਰ ਉੱਪਰ ਮੰਗ ਦਾ ਵਧਣਾ ਇੱਕ ਉਦਾਹਰਣ ਹੈ। ਦੀਵਾਲੀ ਐਡ ਔਨ ਦਾ ਓਕੇਜ਼ਨ ਆਫ ਦੀਵਾਲੀ डिमांड ऑफ प्रोडक्ट इंक्रीज। इट इज़ ए एग्जाम्पल ऑफ कानूनी माहौल, मतलब लीगल इन्वायरमेंट, पोलिटिकल इन्वायरमेंट, समाजिक वातावरण या इन्होंने विचों कोई नहीं। देखो दिवाली दे ਤਿਉਹਾਰ ਦੇ ਮੰਗ ਵਧਣਾ मतलब ਇਹ ਸਮਾਜਿਕ ਵਾਤਾਵਰਨ ਆ, ਸਮਾਜ ਦੇ ਵਿੱਚ ਮਨਾਇਆ ਜਾਂਦਾ ਤਿਉਹਾਰ ਆ, ਸੋ ਸਮਾਜਿਕ ਵਾਤਾਵਰਨ ਨਾਲ ਰਿਲੇਟਡ, ਇਟ ਇਜ਼ ਰਿਲੇਟਡ ਟੂ ਸੋਸ਼ਲ ਇਨਵਾਇਰਨਮੈਂਟ। ਸਮਾਜਿਕ ਵਾਤਾਵਰਨ ਆਨਸਰ ਆ। 27 ਹੈਗਾ ਇਹਨਾਂ ਵਿੱਚੋਂ ਕਿਹੜੀ ਇੱਕ ਵਾਰ ਵਰਤੋਂ ਵਾਲੀ ਯੋਜਨਾ ਹੈ? ਸੋ ਪਲਾਨ ਵਿਚ ਆਰ ਯੂਜ਼ਡ ਓਨਲੀ, ਸੋ ਪਲਾਨ ਵਿਚ ਆਰ ਯੂਜ਼ਡ ਰਿਪੀਟਡਲੀ, ਪਲਾਨ ਜਿਹੜੇ ਵਾਰ-ਵਾਰ ਯੂਜ਼ ਕੀਤੇ ਜਾਂਦੇ ਆ ਉਹਨਾਂ ਨੂੰ ਕੀ ਕਹਿੰਦੇ ਆ? ਨਿਯਮ, ਬਜਟ। ਨਿਯਮ ਅਤੇ ਬਜਟ ਦੋਨਾਂ ਵਿੱਚੋਂ ਕੋਈ ਨਹੀਂ। ਦੇਖੋ ਨਿਯਮ ਆ ਜਿਹੜੇ ਪੱਕੇ ਬਣ ਜਾਂਦੇ ਆ ਉਹ ਸਾਰੇ ਹਰ ਰੋਜ਼ ਤੇ ਹਰ ਸਾਲ ਹਮੇਸ਼ਾ ਪੱਕੇ ਹੁੰਦੇ ਆ। ਬਜਟ ਤਾਂ ਚੇਂਜ ਹੁੰਦਾ ਰਹਿੰਦਾ, ਅਗਲੀ ਵਾਰ ਲਈ ਅਗਲਾ ਬਜਟ ਬਣਦਾ, ਇਸ ਕਰਕੇ ਬਾਰ-ਬਾਰ ਵਰਤੋਂ ਵਾਲੀ ਯੋਜਨਾ ਹੋ ਗਈ ਨਿਯਮ। 28ਵਾਂ ਰਣਨੀਤਿਕ ਯੋਜਨਾਬੰਦੀ ਡੈਸ਼ ਹੈ। ਰਣਨੀਤਿਕ ਯੋਜਨਾਬੰਦੀ ਜਦੋਂ ਅਸੀਂ ਰਣਨੀਤੀ ਬਣਾਉਂਦੇ ਹਾਂ ਉਹ ਲੰਬੇ ਸਮੇਂ ਦੀ ਯੋਜਨਾ, ਮੱਧਮ ਮਿਆਦੀ ਯੋਜਨਾ, ਛੋਟੇ ਮਿਆਦੀ ਯੋਜਨਾ ਕਿ ਸਾਲਾਨਾ ਯੋਜਨਾਬੰਦੀ ਆ। ਦੇਖੋ ਰਣਨੀਤੀ ਜਦੋਂ ਅਸੀਂ ਬਿਲਡ ਕਰਦੇ ਹਾਂ ਅਸੀਂ ਦੇਖਦੇ ਹਾਂ ਇਨਵਾਇਰਮੈਂਟ ਸਰਕਮਸਟਾਂਸਿਸ ਨੂੰ ਦੇਖ ਕੇ, ਸੋ ਰਣਨੀਤੀ ਲੰਬੇ ਸਮੇਂ ਦੀ ਮਿਆਦੀ ਯੋਜਨਾ ਹੁੰਦੀ ਹੈ। ਪ੍ਰਬੰਧ ਦੇ ਸਿਧਾਂਤ ਡੈਸ਼ ਹਨ। ਮੈਨੇਜਮੈਂਟ ਪ੍ਰਿੰਸੀਪਲਸ ਆਰ ਯੂਨੀਵਰਸਲ ਆ, ਲਚਕੀਲੇ ਯਾਨੀ ਕਿ ਫਲੈਕਸੀਬਲ, ਵਿਵਹਾਰਿਕ ਆ, ਮਟੀਰੀਅਲ ਆ, ਜਾਂ ਉਪਰੋਕਤ ਸਾਰੇ ਆ। ਦੇਖੋ ਇਹ ਤਿੰਨੇ ਫੀਚਰ ਆ ਪ੍ਰਬੰਧ ਦੇ ਸਿਧਾਂਤ ਦੀਆਂ, ਯੂਨੀਵਰਸਲ ਵੀ ਆ, ਫਲੈਕਸੀਬਲ ਵੀ ਆ ਤੇ ਵਿਵਹਾਰਿਕ ਵੀ ਆ, ਇਸ ਕਰਕੇ ਆਨਸਰ ਹੈਗਾ ਉਪਰੋਕਤ ਸਾਰੇ। ਨੀਤੀਆਂ ਲਚਕਦਾਰ ਹੁੰਦੀਆਂ ਹਨ। ਪਾਲਿਸੀਜ਼ ਆਰ ਫਲੈਕਸੀਬਲ, ਜਦ ਕਿ ਵਿਧੀਆਂ ਡੈਸ਼, ਵਿਧੀਆਂ ਕੀ ਹੁੰਦੀਆਂ ਵਾ? ਵਿਧੀਆਂ ਸਪੈਸ਼ਲ, ਵਿਸਤ੍ਰਿਤ ਮਤਲਬ ਆਪਾਂ ਕਹਿੰਦੇ ਹਾਂ ਐਲੋਬਰੇਟਡ, ਸਖਤ ਮਤਲਬ ਇਨਫਲੈਕਸੀਬਲ ਜਾਂ ਸਾਰੇ। ਦੇਖੋ ਜਿਹੜੀਆਂ ਨੀਤੀਆਂ ਹੁੰਦੀਆਂ ਉਹ ਫਲੈਕਸੀਬਲ ਹੁੰਦੀਆਂ ਜਦ ਕਿ ਵਿਧੀਆਂ ਸਖਤ ਹੁੰਦੀਆਂ, ਆਨਸਰ ਹੈਗਾ ਸਖਤ। ਕਰ ਟੈਕਸ ਦੇ ਆਗੇ ਕੁਐਸਚਨ, ਕਰ ਟਾਲਣ ਨਾਲ ਸੰਬੰਧਿਤ ਧਾਰਾ ਜਾਂ ਧਾਰਾਵਾਂ ਕਿਹੜੀਆਂ ਵਾ? ਕਰ ਟਾਲਣ ਨਾਲ ਸੰਬੰਧਿਤ ਧਾਰਾਵਾਂ, ਸੋ ਇਹ ਸਿੱਧਾ ਹੀ ਯਾਦ ਕਰਨਾ ਪੈਣਾ ਸਾਨੂੰ। ਕਰ ਟਾਲਣ ਨਾਲ ਸੰਬੰਧਿਤ ਧਾਰਾਵਾਂ ਹੈਗੀਆਂ ਵਾ 92 ਤੋਂ 94, ਆਨਸਰ ਹੈ ਇਹਦਾ। ਨੈਕਸਟ ਹੈਗਾ ਸਾਡਾ ਕੇਂਦਰ ਸਰਕਾਰ ਦੁਆਰਾ ਕਰਾਰ ਕੀਤੇ ਜਾਂਦੇ ਹਨ, ਯਾਨੀ ਕੇਂਦਰ ਸਰਕਾਰ ਯਾਨੀ ਸੈਂਟਰਲ ਗੌਰਮੈਂਟ ਜਿਹੜੇ ਐਗਰੀਮੈਂਟ ਕਰਦੀ ਆ ਉਹ ਸੁਵਿਧਾ ਦਿਵਾਉਣ ਲਈ, ਮੁਕਤੀ ਦਿਵਾਉਣ ਲਈ, ਕਰ ਦੀ ਚੋਰੀ ਰੋਕਣ ਲਈ, ਉਪਰੋਕਤ ਸਾਰੇ ਉਦੇਸ਼ਾਂ ਲਈ। ਦੇਖੋ ਸੈਂਟਰਲ ਗੌਰਮੈਂਟ ਸੁਵਿਧਾ ਦਿਵਾਉਣ ਲਈ ਮਤਲਬ ਆ ਵੀ ਜੇ ਡਬਲ ਟੈਕਸੇਸ਼ਨ ਹੁੰਦੀ ਹੋਵੇ ਉਹ 'ਚੋਂ ਰਿਲੈਕਸੇਸ਼ਨ ਮਿਲ ਜੇ, ਅਤੇ ਮੁਕਤੀ ਦਿਵਾਉਣ ਲਈ ਜੇ 2 ਜਗ੍ਹਾ ਟੈਕਸ ਹੁੰਦਾ ਹੋਵੇ 1 ਜਗ੍ਹਾ ਮੁਕਤ ਕਰ ਦਿੱਤਾ ਜਾਵੇ, ਕਰ ਦੀ ਚੋਰੀ ਰੋਕਣ ਵੀ ਕੋਈ ਕਰ ਚੋਰੀ ਨਾ ਕਰੇ। ਇਹ ਸਾਰੇ ਹੀ ਉਦੇਸ਼ ਹੈ ਐਗਰੀਮੈਂਟ ਦੇ, ਸੋ ਆਨਸਰ ਹੈਗਾ ਉਪਰੋਕਤ ਸਾਰੇ ਉਦੇਸ਼ਾਂ ਲਈ ਐਗਰੀਮੈਂਟ ਕੀਤੇ ਜਾਂਦੇ ਆ। ਦੋਹਰੇ ਕਰਾਰੋਪਣ ਤੋਂ ਰਾਹਤ ਸੰਬੰਧੀ ਕਰਾਰ ਕਰਨ ਵਾਲੇ ਦੇਸ਼ਾਂ ਨੂੰ ਡੈਸ਼ ਕਿਹਾ ਜਾਂਦਾ। ਦ ਕੰਟਰੀਜ਼ ਵਿਚ ਡਨ ਡਬਲ ਟੈਕਸੇਸ਼ਨ ਰਿਲੀਫ ਐਗਰੀਮੈਂਟ ਇਜ਼ ਨੋਨ ਐਜ਼, ਉਹਨਾਂ ਨੂੰ ਕੀ ਕਿਹਾ ਜਾਂਦਾ ਵਾ? ਦੇਖੋ ਟੈਕਸ ਸੰਧੀ ਕਰਾਰ, ਟੈਕਸ ਟ੍ਰੀਟੀਜ਼, ਸਾਂਝੇਦਾਰ, ਸੰਯੁਕਤ ਕਰਦਾਤਾ, ਅਸੈਸੀ। ਇਹਦੇ 'ਚੋਂ ਆਨਸਰ ਆ ਟੈਕਸ ਟ੍ਰੀਟੀਜ਼। ਹੇਠ ਲਿਖੀ ਆਮਦਨ ਵਿੱਚੋਂ ਕਿਹੜੀ ਖੇਤੀ ਆਮਦਨ ਹੈ? ਕਿਹੜੀ ਖੇਤੀ ਆਮਦਨ ਆ? ਦੇਖੋ ਖੇਤੀਬਾੜੀ ਵਾਲੀ ਜ਼ਮੀਨ ਤੋਂ ਪ੍ਰਾਪਤ ਕਰਾਇਆ ਤਾਂ ਹੈਗੀ ਹੈ, ਡੇਅਰੀ ਫਾਰਮਿੰਗ ਤੋਂ ਨਹੀਂ ਹੈਗੀ, ਪੋਲਟਰੀ ਫਾਰਮਿੰਗ ਤੋਂ ਨਹੀਂ ਹੈਗੀ, ਖੇਤੀ ਨਾਲ ਜੁੜੀ ਕੰਪਨੀ ਤੋਂ ਲਾਭਾਂਸ਼ ਨਹੀਂ ਹੈਗੀ, ਸੋ ਆਨਸਰ ਇਜ਼ 1।
ਖੇਤੀਬਾੜੀ ਵਾਲੀ ਜ਼ਮੀਨ ਤੋਂ ਪ੍ਰਾਪਤ ਕਿਰਾਇਆ। ਹੇਠ ਲਿਖੀ ਆਮਦਨ ਵਿੱਚੋਂ ਕਿਹੜੀ ਖੇਤੀ ਆਮਦਨ ਹੈ? ਇਹਨਾਂ 'ਚੋਂ ਕਿਹੜੀ ਖੇਤੀ ਆਮਦਨ ਆ? ਇੱਟਾਂ ਬਣਾਉਣ ਤੋਂ ਆਮਦਨ ਨਹੀਂ ਹੈਗੀ। ਪਾਕਿਸਤਾਨ ਵਿੱਚ ਸਥਿਤ ਖੇਤੀ ਵਾਲੀ ਜ਼ਮੀਨ ਤੋਂ ਆਮਦਨ ਇਹ ਵੀ ਨਹੀਂ ਹੈਗੀ, ਕਿਉਂਕਿ ਇਨਕਮ ਫਰੋਮ ਅਦਰ ਸੋਰਸ 'ਚ ਆਊਗੀ ਇਹ, ਕਿਉਂਕਿ ਦੂਜੇ ਦੇਸ਼ 'ਚ। ਵੱਧ ਫਸਲ ਪੈਦਾਵਾਰ ਕਰਨ ਤੇ ਕਾਰਨ ਸਰਕਾਰ ਤੋਂ ਇਨਾਮ ਇਹ ਵੀ ਨਹੀਂ ਹੈਗੀ, ਕਿਉਂਕਿ ਇਹ ਇਨਾਮ ਤੇ ਇਹ ਵੀ ਅਦਰ ਸੋਰਸ 'ਚ ਆਊਗਾ। ਫਸਲ ਦੇ ਨੁਕਸਾਨ ਦੇ ਕਾਰਨ ਬੀਮਾ ਕੰਪਨੀ ਤੋਂ ਪ੍ਰਾਪਤ ਮੁਆਵਜ਼ਾ, ਇਹ ਖੇਤੀ ਆਮਦਨ ਮੰਨੀ ਜਾਊਗੀ, ਕਿਉਂਕਿ ਜੇ ਸਹੀ ਹੁੰਦੀ ਤਾਂ ਫਸਲ ਵਿਕਣੀ ਸੀ, ਇੱਕ ਤਰ੍ਹਾਂ ਇਹ ਫਸਲ ਹੀ ਵਿਕੀ ਆ। ਆਨਸਰ ਹੈਗਾ 4। 36 ਹੇਠ ਲਿਖਿਆਂ ਵਿੱਚੋਂ ਕਿਹੜੀ ਆਮਦਨੀ ਖੇਤੀ ਦੇ ਪਾਰਸ਼ੀਅਲ ਇੰਟੀਗ੍ਰੇਸ਼ਨ ਦੇ ਲਾਗੂ ਹੋਣ ਦੀ ਸ਼ਰਤ ਆ? ਯਾਨੀ ਪਾਰਸ਼ੀਅਲ ਇੰਟੀਗ੍ਰੇਸ਼ਨ ਜਿਹੜੀ ਐਗਰੀਕਲਚਰ ਦੇ ਟੈਕਸ ਲਾਉਣ ਦਾ ਮੈਥਡ ਆ, ਉਹਦੀ ਕੰਡੀਸ਼ਨਸ ਕਿਹੜੀ ਹੈਗੀ ਇਹਨਾਂ 'ਚੋਂ? ਟੈਕਸ ਦਾ ਤਾਂ ਇੱਕ ਫਰਮ ਆ, ਨਹੀਂ ਕੋਈ ਜ਼ਰੂਰੀ ਨਹੀਂ ਹੈ। ਖੇਤੀ ਆਮਦਨ 10,000 ਰੁਪਏ ਤੋਂ ਵੱਧ ਹੈ, ਗਲਤ। 5,000 ਰੁਪਏ ਤੋਂ ਵੱਧ ਨਹੀਂ ਆ। ਗੈਰ ਖੇਤੀ ਆਮਦਨ ਟੈਕਸ ਦੇ ਯੋਗ ਨਾ ਹੋਣ ਵਾਲੀ ਅਧਿਕਤਮ ਰਕਮ ਤੋਂ ਵੱਧ ਹੈ। ਯੈਸ, ਐਗਜ਼ੈਂਪਟਡ ਇਨਕਮ ਤੋਂ ਵੱਧ ਹੋਣੀ ਚਾਹੀਦੀ ਹੈ ਗੈਰ ਖੇਤੀ, ਇਹ ਠੀਕ ਆ। ਉਪਰੋਕਤ ਸਾਰੇ ਨਹੀਂ। ਸੋ ਆਨਸਰ ਇਜ਼ 3rd ਪੁਆਇੰਟ, ਨੋਨ ਐਗਰੀਕਲਚਰ ਇਨਕਮ ਸ਼ੁੱਡ ਬੀ ਮੋਰ ਦੈਨ ਬੇਸਿਕ ਐਗਜ਼ੈਂਪਟਡ ਲਿਮਿਟ। 37th ਨਿਯਮ 7A ਅਕੋਰਡਿੰਗ ਟੂ ਸੈਕਸ਼ਨ 7A ਅਨੁਸਾਰ ਭਾਰਤ ਵਿੱਚ ਰਬੜ ਦੀ ਵਿਕਰੀ ਤੋਂ ਪ੍ਰਾਪਤ ਰਬੜ ਇਨਕਮ ਸ਼ੁੱਡ ਬੀ ਡਿਸਟਰੀਬਿਊਟਡ ਇਨ ਦਾ ਰੇਸ਼ੋ ਆਫ business income and agriculture income. In which ratio of business from rubber income is divided into business income and agriculture income? In which ratio? 35-65, 30-60, 0-100, 25-75. Answer is 35-65. ਇਹ ਯਾਦ ਹੀ ਕਰਨਾ ਵਾ ਆਪਾਂ। ਰਬੜ 'ਚੋਂ ਜਿਹੜੀ ਆਮਦਨ ਹੁੰਦੀ ਆ ਉਹਨੂੰ 30% ਅਸੀਂ ਬਿਜ਼ਨਸ ਇਨਕਮ ਮੰਨਦੇ ਹਾਂ ਅਤੇ 65 ਐਗਰੀਕਲਚਰ ਇਨਕਮ। ਇਹ ਦੇਖਣਾ ਵਾ ਵੀ ਅਨੁਪਾਤ ਜਦੋਂ ਰੇਸ਼ੋ ਪੁੱਛੀ ਆ, ਪਹਿਲਾਂ ਉਹਨਾਂ ਨੇ ਬਿਜ਼ਨਸ ਇਨਕਮ ਲਿਖਿਆ ਕਿ ਐਗਰੀਕਲਚਰ ਇਨਕਮ ਲਿਖਿਆ। ਹੁਣ ਪੁੱਛਿਆ ਸੀ ਬਿਜ਼ਨਸ ਅਤੇ ਐਗਰੀਕਲਚਰ ਇਨਕਮ, ਫਿਰ ਆਉਂਦਾ 35 ਅਤੇ 65, 35-65। ਜੇ ਲਿਖਿਆ ਹੁੰਦਾ ਐਗਰੀਕਲਚਰ ਅਤੇ ਬਿਜ਼ਨਸ, ਫਿਰ 65 ਅਤੇ 35 ਆਉਣਾ। ਸੋ ਆਨਸਰ 1। ਫਿਰ ਨੈਕਸਟ ਹੈਗਾ 7B। ਰੂਲ 7B ਦੇ ਅਕੋਰਡਿੰਗਲੀ ਕੌਫੀ ਜੋ ਉਗਾਈ ਗਈ ਆ ਅਤੇ ਪ੍ਰੋਸੈਸ ਕੀਤੀ ਗਈ ਆ, ਕੌਫੀ ਜੋ ਪ੍ਰੋਡਿਊਸ ਕੀਤੀ ਗਈ ਆ, ਪ੍ਰੋਸੈਸ ਕੀਤੀ ਗਈ ਆ, ਉਹਦੀ ਆਮਦਨ ਨੂੰ ਕਿਸ ਰੇਸ਼ੋ 'ਚ ਡਿਵਾਈਡ ਕੀਤਾ ਜਾਂਦਾ? ਇਨਕਮ ਫਰੋਮ ਪ੍ਰੋਸੈਸਡ ਕੌਫੀ should be divided between business income and agriculture income in the ratio of। ਕੌਫੀ ਦੀ ਆਮਦਨ ਨੂੰ ਡਿਵਾਈਡ ਕੀਤਾ ਜਾਂਦਾ ਵਾ ਜਿਹੜੀ ਉਗਾਈ ਅਤੇ ਪ੍ਰੋਸੈਸ ਕੀਤੀ ਹੈ ਸਿਰਫ, ਉਹਨੂੰ 25 ਅਤੇ 75, 25 and 75, 25 business income, 75 agriculture income. According to section 7B, coffee which is processed, produced, processed or roasted, ਇੱਥੇ word ਆ roasted, ਭੁੰਨੀ ਹੋਈ ਕੌਫੀ ਜਿਹੜੀ ਉਗਾਈ ਵੀ ਗਈ ਆ, ਪ੍ਰੋਸੈਸ ਕੀਤੀ ਗਈ ਆ, ਫਿਰ ਉਹਨੂੰ ਭੁੰਨਿਆ ਵੀ ਗਿਆ ਵਾ, ਉਹਦੀ ਵਿਕਰੀ ਤੋਂ ਪ੍ਰਾਪਤ ਜਿਹੜੀ ਆਮਦਨ ਆ ਉਹਨੂੰ ਕਿਸ ਅਨੁਪਾਤ 'ਚ ਵੰਡਦੇ ਆ? ਬਿਜ਼ਨਸ ਆਮਦਨ ਅਤੇ ਐਗਰੀਕਲਚਰ ਆਮਦਨ 'ਚ। ਦੇਖੋ ਇਹ 'ਤੇ ਭੁੰਨਣਾ ਵੀ ਪਿਆ, ਐਕਸਟਰਾ ਕੰਮ ਹੋ ਗਿਆ, ਇਸ ਕਰਕੇ ਜੇ ਬਿਜ਼ਨਸ ਇਨਕਮ ਦਾ ਪੋਰਸ਼ਨ ਬਚ ਜੂਗਾ। ਸੋ ਦਾ ਇਨਕਮ ਫਰੋਮ ਕੌਫੀ ਵਿਚ ਇਜ਼ ਪ੍ਰੋਡਿਊਸਡ, ਪ੍ਰੋਸੈਸ ਔਰ ਰੋਸਟਡ should be divided between business income and agriculture income in the ratio of 40-60, 40-60 ਦੀ ਆਮਦਨ ਦੇ ਵਿੱਚ ਡਿਵਾਈਡ ਕੀਤੀ ਜਾਊਗੀ। 40th question, rule 8, rule as per section 8, tea produced by a person is divided between business income and agriculture income in the ratio of, ਯਾਨੀ ਕਿ ਚਾਹ ਦੀ ਆਮਦਨ ਨੂੰ ਬਿਜ਼ਨਸ ਅਤੇ ਐਗਰੀਕਲਚਰ ਇਨਕਮ ਦੇ ਵਿੱਚ ਡਿਵਾਈਡ ਕੀਤਾ ਜਾਊਗਾ ਇਨ ਦਾ ਰੇਸ਼ੋ ਆਫ 35-65, 30-60, 40-60, 25-75, 25-75 ਆਨਸਰ। ਨੈਕਸਟ ਹੈਗਾ ਕਰ ਨਿਰਧਾਰਨ ਸਾਲ 19-20 ਲਈ ਇੱਕ 85 ਸਾਲ ਦੇ ਵਿਅਕਤੀ ਲਈ ਕਰ ਮੁਕਤ ਆਮਦਨ ਕਿੰਨੀ ਹੈ? ਬੇਸਿਕ ਐਗਜ਼ੈਂਪਟਡ ਲਿਮਿਟ ਫੋਰ ਏ ਪਰਸਨ ਆਫ 85 ਈਅਰ ਫੋਰ ਅਸੈਸਮੈਂਟ ਈਅਰ 2019-20। 85 ਸਾਲ ਤੋਂ 85 ਸਾਲ ਵਾਲੇ ਵਿਅਕਤੀ ਲਈ ਕਰ ਮੁਕਤ ਆਮਦਨ ਕਿੰਨੀ ਆ? ਆਨਸਰ ਆ 5 ਲੱਖ। ਨੈਕਸਟ ਹੈਗਾ ਕਿਸ ਸੰਪਰਦਾਇ ਅਨੁਸਾਰ ਜਨਮ ਤੋਂ ਪੁੱਤਰ ਨੂੰ ਪਿਤਾ ਦੀ ਸੰਪत्ति ਦਾ ਅਧਿਕਾਰੀ ਮੰਨਿਆ ਜਾਂਦਾ? ਇਹ ਪਾਰਟਨਰਸ਼ਿਪ ਦੇ ਵਿੱਚੋਂ ਆ,
ਮਿਤਾਕਸ਼ਰਾ ਸੰਪਰਦਾਇ, ਦਿਆਵਾਗ ਸੰਪਰਦਾਇ, ਦੋਨੇ ਜਾਂ ਉਪਰੋਕਤ ਵਿੱਚ ਕੋਈ ਨਹੀਂ। ਦੇਖੋ ਜਿਹੜਾ ਜਨਮ ਤੋਂ ਮੰਨਣਾ ਵਾ ਉਹ ਮਿਤਾਕਸ਼ਰਾ 'ਚ ਮੰਨਿਆ ਜਾਂਦਾ ਵਾ। ਸਾਂਝੇਦਾਰੀ ਜਾਂ ਭਾਈਵਾਲੀ ਫਰਮ ਨੂੰ ਕੌਣ ਨਿਰਮਿਤ ਕਰਦਾ ਹੈ? ਕੌਣ ਨਿਯੰਤਰਿਤ ਕਰਦਾ ਹੈ? ਹੂ ਕੰਟਰੋਲ ਦਾ ਪਾਰਟਨਰਸ਼ਿਪ ਫਰਮ? ਇਨਕਮ ਟੈਕਸ ਐਕਟ ਨਹੀਂ, ਕੰਪਨੀ ਕਾਨੂੰਨ ਨਹੀਂ, ਪਾਰਟਨਰਸ਼ਿਪ ਐਕਟ 1932 ਯੈਸ, ਉਪਰੋਕਤ ਸਾਰੇ ਨਹੀਂ। ਸੋ ਆਂਸਰ ਇਜ਼ ਸੀ, ਪਾਰਟਨਰਸ਼ਿਪ ਐਕਟ। ਪਾਰਟਨਰਸ਼ਿਪ ਡੀਡ ਦੀ ਅਣਹੋਂਦ ਵਿੱਚ ਲਾਭ ਹਾਨੀ ਵੰਡ ਕਿਸ ਤਰ੍ਹਾਂ ਹੁੰਦੀ ਹੈ? ਯਾਨੀ ਕਿ ਹਾਊ ਪ੍ਰੋਫਿਟ ਇਜ਼ ਡਿਵਾਈਡਡ ਵੈਨ ਦੇਰ ਇਜ਼ ਨੋ ਪਾਰਟਨਰਸ਼ਿਪ ਡੀਡ? ਸੌਖਾ ਜਿਹਾ ਕੁਐਸਚਨ ਆ। ਪੂੰਜੀ ਪਾਣ 'ਚ ਨਹੀਂ, ਬਰਾਬਰ ਯੈਸ, ਕੰਮ ਵਿੱਚ ਲਗਾਏ ਸਮੇਂ ਅਨੁਸਾਰ ਨਹੀਂ, ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਆਂਸਰ ਇਜ਼ ਇਕੁਅਲ, ਬਰਾਬਰ ਬਰਾਬਰ ਬਣਦੇ ਆ ਜੇ ਪਾਰਟਨਰਸ਼ਿਪ ਡੀਡ ਐਬਸੈਂਟ ਹੁੰਦੀ ਹੈ, ਨਹੀਂ ਹੁੰਦੀ। ਲਾਸਟ ਕੁਐਸਚਨ ਆ ਗਿਆ ਟੈਸਟ ਦਾ। HUF ਦੀ ਫੁੱਲ ਫਾਰਮ ਲਿਖੋ। HUF ਦੀ ਫੁੱਲ ਫਾਰਮ ਕੀ ਹੋ ਸਕਦੀ ਹੈ? ਹਿੰਦੂ ਅਨਡਿਵਾਈਡਡ ਫੈਮਿਲੀ, ਹਿੰਦੂ ਅਨਕੋਮਨ ਫੈਮਿਲੀ, ਹਿੰਦੂ ਅਨਫੇਅਰ ਫੈਮਿਲੀ, ਅਪਰੋਕਸ 'ਚ ਕੋਈ ਨਹੀਂ। ਸੋ ਇਹਦਾ ਆਂਸਰ ਆ ਹਿੰਦੂ ਅਨਡਿਵਾਈਡਡ ਫੈਮਿਲੀ। ਸੋ ਇਹ ਕੁਐਸਚਨ ਪੂਰੇ ਹੋ ਗਏ। ਸੋ ਨੈਕਸਟ ਸੈਂਪਲ ਪੇਪਰ ਦੇਖਣ ਦੇ ਲਈ ਵੀਡੀਓ ਦੇਖਦੇ ਰਹੋ। ਸੋ ਇਸ ਚੈਨਲ ਦੇ ਵਿੱਚ ਸਾਰੇ ਵੀਡੀਓ ਅਪਲੋਡ ਹੋਣਗੇ। ਸੋ ਚੈਨਲ ਸਬਸਕ੍ਰਾਈਬ ਕਰ ਲਓ, ਜਦੋਂ ਵੀਡੀਓ ਦਾ ਸੋਲੂਸ਼ਨ ਆਇਆ ਤੁਹਾਨੂੰ ਮਿਲ ਜਾਏਗਾ। ਸੋ ਥੈਂਕ ਯੂ ਵੈਰੀ ਮਚ।